ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਤੇ ਵੀਵਰਸ ਅੱਜ ਤੁਹਾਡੇ ਲਈ ਬਹੁਤ ਹੀ ਜ਼ਬਰਦਸਤੀ ਤੇ ਲਾਜਵਾਬ ਜੀ ਰੈਸਪੀ ਲੈ ਕੇ ਆਏ ਹਾਂ। ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਆਪਾਂ ਅੱਜ ਰੈਸਪੀ ਲੈ ਕੇ ਆਏ ਹਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਣ ਵਾਲੀ ਆ। ਤੁਹਾਡੇ ਮਿਹਦੇ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਦੀ ਠੰਡਕ ਪਾ ਦੇਗੀ। ਜਿੰਨੀ ਮਰਜ਼ੀ ਗਰਮੀ ਹੋਵੇ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ। ਤੁਹਾਨੂੰ ਲੂ ਤੋਂ ਬਚਾਏਗੀ, ਗਰਮੀ ਦੇ ਅਸਰ ਤੋਂ ਬਚਾਏਗੀ। ਚਲੋ ਦੇਖਦੇ ਹਾਂ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਜੇ ਕਿਸੇ ਦੀ ਨਕਸੀਰ ਵਗੈਰਾ ਫੁੱਟਦੀ ਹੈ ਤਾਂ ਉਹਦੇ ਵਾਸਤੇ ਵੀ ਬਹੁਤ ਜ਼ਬਰਦਸਤ ਚੀਜ਼ ਆ। ਤੇ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਰੈਸਪੀ ਜਿਹੜੀ ਟਿੰਡੇ ਤੇ ਜੌਂ ਦੇ ਦਲੀਏ ਦੇ ਨਾਲ ਆਪਾਂ ਰੈਸਪੀ ਬਣਾਵਾਂਗੇ। ਚਲੋ ਦੇਖਦੇ ਹਾਂ ਕਿ ਆਪਾਂ ਕੀ ਬਣਾਇਆ ਤੇ ਕਿਸ ਤਰੀਕੇ ਨਾਲ ਬਣਾਇਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਜਾਣਨਾ ਕਿ ਇਸ ਵੀਡੀਓ ਦੇ ਵਿੱਚ ਅੱਜ ਮੈਂ ਕੀ ਬਣਾਇਆ ਤੇ ਵੀਡੀਓ ਨਾਲ ਤੁਸੀਂ ਐਂਡ ਤੱਕ ਜੁੜੇ ਰਹਿਣਾ। ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਛੱਡ ਕੇ ਨਹੀਂ ਜਾਣਾ। ਵੀਡੀਓ ਤੁਹਾਡੇ ਲਈ ਬਹੁਤ ਹੀ ਮੁਫੀਦ ਤੇ ਲਾਜਵਾਬ ਹੋਣ ਵਾਲੀ ਆ। ਤੇ ਇਸ ਤੋਂ ਪਹਿਲੇ ਕਿ ਵੀਡੀਓ ਸ਼ੁਰੂ ਕਰਾਂ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਆਪਾਂ ਇੱਕ ਬਰਤਨ ਲੈ ਲਿਆ ਵਾ। ਬਰਤਨ ਨੂੰ ਅੱਛੇ ਤਰੀਕੇ ਨਾਲ ਪਹਿਲੇ ਗਰਮ ਕਰ ਲੈਣਾ ਵਾ। ਫਿਰ ਉਹਦੇ ਵਿੱਚ ਜਿਹੜਾ ਜੌਂ ਦਾ ਦਲੀਆ ਉਹ ਸ਼ਾਮਿਲ ਕਰ ਦਿਆਂਗੇ। ਜੌਂ ਦੇ ਦਲੀਏ ਨੂੰ ਆਪਾਂ ਇਹਦੇ ਵਿੱਚ ਰੋਸਟ ਕਰਨਾ ਵਾ। ਇੱਥੇ ਤੱਕ ਰੋਸਟ ਕਰਨਾ ਵਾ ਕਿ ਇਹਦੀ ਅੱਛੀ ਜਿਹੀ ਖੁਸ਼ਬੂ ਆਉਣ ਲੱਗ ਪਵੇ ਤੇ ਇਹਦਾ ਕੱਚਾਪਨ ਖਤਮ ਹੋ ਜਾਵੇ। ਜੇ ਤੁਹਾਨੂੰ ਨਾ ਪਤਾ ਚੱਲੇ ਖੁਸ਼ਬੂ ਤੋਂ ਤੇ ਤੁਸੀਂ ਫਿਰ ਥੋੜ੍ਹਾ ਜਿਹਾ 2-4 ਦਾਣੇ ਮੂੰਹ ਦੇ ਵਿੱਚ ਚਬਾ ਕੇ ਦੇਖ ਲੈਣੇ। ਜੇ ਤੁਹਾਨੂੰ ਕੱਚਾ ਫੀਲ ਹੋਵੇ ਤੇ ਤੁਸੀਂ ਥੋੜ੍ਹਾ ਜਿਹਾ ਹੋਰ ਰੋਸਟ ਕਰ ਲੈਣਾ ਵਾ ਇਹਨਾਂ ਨੂੰ। ਤੇ ਜੇ ਤੁਹਾਨੂੰ ਲੱਗੇ ਕਿ ਇਹਦਾ ਟੇਸਟ ਬਿਲਕੁਲ ਸਹੀ ਆ, ਅੱਛਾ ਜਿਹਾ ਫਲੇਵਰ ਆ ਲਿਆ ਵਾ ਤੇ ਫਿਰ ਤੁਸੀਂ ਜਿਹੜਾ ਵਾ ਨਾ ਇਹਨੂੰ ਸਟੋਪ ਕਰ ਦੇਣਾ ਵਾ ਰੋਸਟ ਕਰਨਾ ਤੇ ਇਹਨਾਂ ਨੂੰ ਫਿਰ ਠੰਡੇ ਕਰ ਲੈਣਾ ਵਾ ਕੱਢ ਕੇ ਬਰਤਨ ਦੇ ਵਿੱਚੋਂ। ਦੇਖੋ ਹਜੇ ਤੱਕ ਰੋਸਟ ਨਹੀਂ ਹੋਏ, ਅੱਛੀ ਜਿਹੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ ਲੇਕਿਨ ਇਹ ਸਾਰਾ ਜਿਹੜਾ ਨਾ ਅੱਛੀ ਤਰ੍ਹਾਂ ਰੋਸਟ ਨਹੀਂ ਹੋਇਆ ਹਜੇ। ਥੋੜ੍ਹੀ ਦੇਰ ਤੱਕ ਹੋਰ ਮੈਂ ਚਮਚਾ ਚਲਾਵਾਂਗੀ। ਇਸ ਤੋਂ ਬਾਅਦ ਫਲੇਮ ਬੰਦ ਕਰ ਦਿਆਂਗੇ। ਫਲੇਮ ਮੈਂ ਇੱਥੇ ਬੰਦ ਕਰ ਦਿੱਤਾ ਵਾ ਤੇ ਹੁਣ ਉਸ ਤਰ੍ਹਾਂ ਹੀ ਸਿਰਫ ਗਰਮ ਬਰਤਨ ਦੇ ਵਿੱਚ ਹੀ ਇਹਨੂੰ ਥੋੜ੍ਹੀ ਦੇਰ ਚਲਾਵਾਂਗੇ ਤਾਂ ਕਿ ਜਿਹੜਾ ਵਾ ਥੋੜ੍ਹਾ ਜਿਹਾ ਦਲੀਆ ਠੰਡਾ ਵੀ ਹੋ ਜਾਵੇ ਤੇ ਬਾਕੀ ਜੇ ਥੋੜ੍ਹੀ ਬਹੁਤ ਕਸਰ ਹੋਵੇ ਤੇ ਉਹ ਵੀ ਬਰਤਨ ਦੀ ਤਪਸ਼ ਦੇ ਨਾਲ ਹੀ ਨਾ ਜਿਹੜਾ ਇਹਦੇ ਵਿੱਚ ਉਹ ਕਮੀ ਪੂਰੀ ਹੋ ਜਾਵੇ। ਜੇ ਥੋੜ੍ਹੀ ਬਹੁਤ ਰੋਸਟਿੰਗ ਦੇ ਵਿੱਚ ਕਸਰ ਰਹਿ ਗਈ ਆ ਬਸ ਅੱਛੇ ਤਰੀਕੇ ਨਾਲ ਇਹਨੂੰ ਰੋਸਟ ਕਰਨਾ ਵਾ। ਇਹਨੂੰ ਜਲਾਉਣਾ ਨਹੀਂਗਾ, ਨਹੀਂ ਤੇ ਕੜਵਾ ਟੇਸਟ ਦੇਗਾ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ ਤੇ ਆਪਣੇ ਫੈਮਿਲੀ ਤੇ ਫਰੈਂਡਸ ਦੇ ਵਿੱਚ ਸ਼ੇਅਰ ਕਰੋ ਕਿਉਂਕਿ ਬਹੁਤ ਹੀ ਆਸਾਨ ਜੀਆਂ ਦੇ ਰੈਸਪੀਜ਼ ਲੈ ਕੇ ਆਈ ਜਾਂਦੀਆਂ ਤੁਹਾਡੇ ਵਾਸਤੇ ਡੇਲੀ, ਜਿਨ੍ਹਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ ਤੇ ਲੇਕਿਨ ਰੈਸਪੀ ਜਿਹੜੀ ਆ ਉਹ ਵੀ ਜ਼ਬਰਦਸਤ ਹੁੰਦੀ ਆ। ਤੇ ਮੈਂ ਇਹਨਾਂ ਨੂੰ ਤਕਰੀਬਨ ਠੰਡੇ ਕਰ ਲਿਆ ਵਾ 50% ਤੱਕ। ਤੇ ਦੇਖੋ ਮਾਸ਼ਾਅੱਲਾ ਤੁਹਾਨੂੰ ਚੈੱਕ ਕਰਵਾਉਣੀ ਇਹਨਾਂ ਦਾ ਕਲਰ ਤੇ ਸਾਰੇ ਆਪਾਂ ਦਲੀਆ ਜਿਹੜਾ ਵਾ ਇਹਨੂੰ ਡਿਸ਼ 'ਚ ਕੱਢ ਲਾਂਗੇ। ਦਲੀਏ ਨੂੰ ਡਿਸ਼ 'ਚ ਕੱਢ ਲਿਆ ਵਾ ਤੇ ਦੁਬਾਰਾ ਉਹੀ ਪੈਨ ਲੈ ਲਿਆ ਵਾ ਸਾਫ਼ ਕਰਕੇ ਤੇ ਇਹਦੇ ਵਿੱਚ ਘੀ ਸ਼ਾਮਿਲ ਕਰ ਲਿਆ ਵਾ। ਤਕਰੀਬਨ 2 ਚਮਚ ਇਹਦੇ ਵਿੱਚ ਕੁੱਟਿਆ ਹੋਇਆ ਲਸਣ ਸ਼ਾਮਿਲ ਕਰਾਂਗੇ। ਸਿਰਫ ਲਸਣ ਆ, ਅਦਰਕ ਨਹੀਂ ਗਾ ਨਾਲ ਇਹਦੇ, ਸਿਰਫ ਲਸਣ ਆ ਤੇ ਕੁੱਟ ਲੈਣਾ ਵਾ ਇਹਨੂੰ ਤੁਸੀਂ ਕੁੰਡੀ ਦੇ ਵਿੱਚ। ਬਿਲਕੁਲ ਬਾਰੀਕ ਪੇਸਟ ਨਹੀਂ ਹੋਣਾ ਚਾਹੀਦਾ, ਨਹੀਂ ਤੇ ਜਦੋਂ ਤੁਸੀਂ ਉਹਨੂੰ ਗਰਮ ਘੀ ਦੇ ਵਿੱਚ ਪਾਓਗੇ ਤੇ ਉਹ ਜਲ ਜਾਏਗਾ ਤੇ ਜਲੇ ਹੋਏ ਦਾ ਟੇਸਟ ਆਏਗਾ। ਘੀ ਮੈਨੂੰ ਥੋੜ੍ਹਾ ਜਿਹਾ ਕਮ ਲੱਗ ਰਿਹਾ ਸੀ ਇਸ ਲਈ ਥੋੜ੍ਹਾ ਜਿਹਾ ਘੀ ਮੈਂ ਹੋਰ ਸ਼ਾਮਿਲ ਕਰ ਦਿੱਤਾ ਵਾ। ਲਸਣ ਦਾ ਕੱਚਾਪਨ ਖਤਮ ਹੋਣ ਤੱਕ ਇਹਨੂੰ ਪਕਾਵਾਂਗੇ ਆਪਾਂ। ਤੇ ਹੁਣ ਇਹਦੇ ਵਿੱਚ ਪਿਆਜ਼ ਸ਼ਾਮਿਲ ਕਰ ਦਿੱਤੇ, 2 ਮੀਡੀਅਮ ਸਾਈਜ਼ ਦੇ ਚੌਪ ਕੀਤੇ ਹੋਏ। ਜਦੋਂ ਪਿਆਜ਼ ਦਾ ਥੋੜ੍ਹਾ ਜਿਹਾ ਕਲਰ ਚੇਂਜ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ 4 ਤੋਂ 5 ਟਮਾਟਰ ਸ਼ਾਮਿਲ ਕਰ ਦਿਆਂਗੇ। ਟਮਾਟਰ ਅੱਜ ਕੱਲ੍ਹ ਇਸ ਤਰ੍ਹਾਂ ਦੇ ਆ ਰਹੇ ਆ, ਬਿਲਕੁਲ ਰੈੱਡ ਕਲਰ ਦੇ ਨਹੀਂ ਆ ਰਹੇ, ਕੱਚੇ ਜਿਹੇ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾ ਕੇ ਤੇ ਟਮਾਟਰਾਂ ਨੂੰ ਵੀ ਗਲਣ ਵਾਸਤੇ ਰੱਖ ਦਿੱਤਾ। ਟਮਾਟਰ ਵੀ ਗਲ ਗਏ, ਆਪਣੇ ਪਿਆਜ਼ ਵੀ ਸੌਫਟ ਹੋ ਗਏ ਆ। ਥੋੜ੍ਹੀ ਦੇਰ ਤੱਕ ਲਿਡ ਲਾਇਆ ਸੀ ਇਹਨੂੰ ਮੀਡੀਅਮ ਟੂ ਲੋ ਫਲੇਮ 'ਤੇ। ਤੇ ਹੁਣ ਇਹਦੇ ਵਿੱਚ ਮਸਾਲੇ ਸ਼ਾਮਿਲ ਕਰਾਂਗੇ। ਅੱਧੇ ਚਮਚ ਤੋਂ ਥੋੜ੍ਹਾ ਜਿਹਾ ਕਮ ਮੈਂ ਇਹਦੇ ਵਿੱਚ ਜਿਹੜਾ ਨਾ ਹਲਦੀ ਦਾ ਪਾਊਡਰ ਸ਼ਾਮਿਲ ਕਰ ਦਿੱਤਾ ਵਾ। ਪੌਣਾ ਚਮਚ ਸੁਰਖ ਮਿਰਚ ਦਾ ਸ਼ਾਮਿਲ ਕਰ ਦਿੱਤਾ ਵਾ। 1 ਕਿਲੋ ਟਿੰਡੇ ਸੀਗੇ ਮੇਰੇ ਕੋਲ ਤੇ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਮਸਾਲੇ ਸ਼ਾਮਿਲ ਕਰਾਂਗੇ। 1 ਚਮਚ ਸੁੱਕਾ ਧਨੀਆ ਕੁੱਟਿਆ ਹੋਇਆ ਸ਼ਾਮਿਲ ਕਰ ਦਿੱਤਾ ਵਾ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ ਤਾਂ ਕਿ ਮਸਾਲੇ ਜਿਹੜੇ ਜਲਣ ਨਾ ਤੇ ਮਸਾਲਾ ਜਿਹੜਾ ਉਹ ਅੱਛੇ ਤਰੀਕੇ ਨਾਲ ਭੁੰਨ ਹੋ ਜਾਵੇ। ਮਸਾਲਾ ਜਿੰਨਾ ਅੱਛੇ ਤਰੀਕੇ ਨਾਲ ਭੁੰਨੋਗੇ ਉਨੀ ਜ਼ਿਆਦਾ ਰੈਸਪੀ ਦਾ ਟੇਸਟ ਜ਼ਬਰਦਸਤ ਆਏਗਾ। ਅੱਧਾ ਚਮਚ ਨਮਕ ਦਾ ਸ਼ਾਮਿਲ ਕਰ ਦਿੱਤਾ ਤੇ ਮਸਾਲੇ ਨੂੰ ਅੱਛੇ ਤਰੀਕੇ ਦੇ ਨਾਲ ਪਾਣੀ ਦਾ ਛਿੱਟਾ ਲਾ ਕੇ ਭੁੰਨ ਲਿਆ ਵਾ। ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਜਿਹਾ ਮਸਾਲਾ ਭੁੰਨ ਹੋ ਗਿਆ। ਉਹਦੇ ਵਿੱਚ ਆਪਾਂ ਟਿੰਡੇ ਸ਼ਾਮਿਲ ਕਰ ਦਿੱਤੇ ਆ। ਟਿੰਡੇ ਕੱਟਣ ਵਿੱਚ ਵੀ ਤੁਸੀਂ ਇਹਤਿਆਤ ਕਰਨੀ ਆ ਕਿ ਟਿੰਡਿਆਂ ਨੂੰ ਛਿੱਲਣ ਤੋਂ ਬਾਅਦ ਕੱਟ ਲੈਣਾ ਵਾ
ਤੇ ਸੌਰੀ ਛਿੱਲਣ ਤੋਂ ਬਾਅਦ ਇਹਨਾਂ ਨੂੰ ਧੋ ਲੈਣਾ ਵਾ ਅੱਛੇ ਤਰੀਕੇ ਨਾਲ। ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਟਣਾ ਵਾ, ਕਿਉਂਕਿ ਜੇ ਕੱਟੇ ਹੋਏ ਟਿੰਡੇ ਕੱਦੂ ਆਪਾਂ ਧੋਈ ਦੇ ਆ ਅਤੇ ਇਹਨਾਂ ਦੇ ਵਿੱਚ ਪਾਣੀ ਚਲਾ ਜਾਂਦਾ, ਫਿਰ ਭੁਨਾਈ ਦੇ ਵਿੱਚ ਬਹੁਤ ਮੁਸ਼ਕਿਲ ਹੁੰਦੀ ਆ। ਇਹ ਆਪਣਾ ਹੀ ਪਾਣੀ ਛੋੜਦੇ ਰਹਿੰਦੇ ਆ ਅਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਇੱਕ ਤਾਂ ਇਹਨਾਂ ਨੂੰ ਬਣਾਉਣ ਦੇ, ਦੂਸਰੇ ਨੰਬਰ 'ਤੇ ਟੇਸਟ ਵੀ ਉਹ ਨਹੀਂ ਬਣਦਾ ਜਿਹੜਾ ਬਣਨਾ ਚਾਹੀਦਾ ਵਾ। ਅਤੇ ਦੇਖੋ ਮਾਸ਼ਾਅੱਲਾ ਟਿੰਡਿਆਂ ਦਾ ਆਪਣਾ ਪਾਣੀ ਖੁਸ਼ਕ ਹੋ ਗਿਆ ਵਾ। ਟਿੰਡਿਆਂ ਦੀ ਅੱਛੇ ਤਰੀਕੇ ਨਾਲ ਬੁਣਾਈ ਕਰ ਲੈਣੀ ਆ, ਟਿੰਡੇ ਗਲ ਜਾਣੇ ਚਾਹੀਦੇ ਆ, ਇੰਨੀ ਤੁਸੀਂ ਇਹਨਾਂ ਦੀ ਬੁਣਾਈ ਕਰਨੀ ਆ ਅੱਛੇ ਤਰੀਕੇ ਦੇ ਨਾਲ। ਅਤੇ ਇਹਦੇ ਵਿੱਚ ਮੈਂ ਤਕਰੀਬਨ 1 ਲੀਟਰ ਪਾਣੀ ਸ਼ਾਮਿਲ ਕਰਾਂਗੀ, ਕਿਉਂਕਿ ਇਹਨੇ ਪਾਣੀ ਨੇ ਪੱਕਣਾ ਵੀ ਆ। ਗ੍ਰੇਵੀ ਥੋੜ੍ਹੀ ਗਾੜੀ ਜਿਹੀ ਰੱਖਣੀ ਆ ਆਪਾਂ, ਅਤੇ ਅੱਛੇ ਤਰੀਕੇ ਨਾਲ ਪਾਣੀ ਵੀ ਪੱਕ ਜਾਏਗਾ ਅਤੇ ਟੇਸਟ ਵੀ ਅੱਛਾ ਜਿਹਾ ਆਏਗਾ। ਦੂਸਰੇ ਨੰਬਰ 'ਤੇ ਇੱਕ ਟਿੰਡਿਆਂ ਵਿੱਚ ਜੇ ਥੋੜ੍ਹੀ ਬਹੁਤ ਕਸਰ ਹੋਈ ਤਾਂ ਟਿੰਡੇ ਵੀ ਗਲ ਜਾਣਗੇ। ਇਹਨੂੰ ਆਪਾਂ ਹੁਣ ਲਿਡ ਲਾ ਦਿਆਂਗੇ। 1 ਲੀਟਰ ਪਾਣੀ ਮੈਂ ਸ਼ਾਮਿਲ ਕੀਤਾ, ਪਹਿਲੇ ਥੋੜ੍ਹਾ ਸ਼ਾਮਿਲ ਕੀਤਾ ਸੀ, ਮੈਨੂੰ ਥੋੜ੍ਹਾ ਲੱਗ ਰਿਹਾ ਸੀ ਵੀ ਮੈਂ ਬਾਕੀ ਦਾ ਵੀ ਵਿੱਚ ਸ਼ਾਮਿਲ ਕਰ ਦਿੱਤਾ। ਟੋਟਲ 1 ਲੀਟਰ ਪਾਣੀ ਸ਼ਾਮਿਲ ਕੀਤਾ, ਇਹਨੂੰ ਲਿਡ ਲਾ ਦਿੱਤਾ, ਅੱਛੇ ਤਰੀਕੇ ਦੇ ਨਾਲ ਇਹਨੂੰ ਪੱਕਣ ਦਿਆਂਗੇ ਸ਼ੋਰਬੇ ਨੂੰ। ਅਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਪਕਾਈ ਹੋ ਗਈ ਹੈ, ਪਾਣੀ ਵੀ ਰਿਡਿਊਸ ਹੋ ਕੇ ਤਕਰੀਬਨ ਅੱਧਾ ਰਹਿ ਚੁੱਕਿਆ ਵਾ, ਅਤੇ ਟਿੰਡੇ ਵੀ ਅੱਛੇ ਤਰੀਕੇ ਨਾਲ ਗਲ ਗਏ ਆ। ਥੋੜ੍ਹੀ ਜਿਹੀ ਕਸੂਰੀ ਮੇਥੀ ਸ਼ਾਮਿਲ ਕਰ ਦਿਆਂਗੇ ਅਤੇ ਥੋੜ੍ਹਾ ਜਿਹਾ ਇਹਦੇ ਵਿੱਚ ਜਿਹੜਾ ਵਾ ਚਿਕਨ ਪਾਊਡਰ ਸ਼ਾਮਿਲ ਕਰਕੇ ਇਹਨੂੰ ਲਿਡ ਲਾ ਦਿਆਂਗੇ, ਫਲੇਮ ਨੂੰ ਸਲੋ ਕਰ ਦਿਆਂਗੇ। ਅਤੇ ਜਿਹੜੇ ਆਪਾਂ ਜੌ ਪੀਸੇ ਸੀਗੇ, ਦੇਖੋ ਜੋ ਆਪਾਂ ਭੁੰਨੇ ਸੀ ਨਾ ਜੌ ਦਾ ਦਲੀਆ, ਅਤੇ ਉਹਨੂੰ ਹੁਣ ਆਪਾਂ ਪੀਸ ਕੇ ਅਤੇ ਬਿਲਕੁਲ ਬਾਰੀਕ ਇਹਦਾ ਪਾਊਡਰ ਬਣਾ ਲਿਆ ਵਾ। ਇਹ ਆਪਣੇ ਕੋਲ ਸੱਤੂ ਤਿਆਰ ਹੋ ਗਿਆ ਵਾ ਜੌ ਦਾ। ਅਤੇ ਹੁਣ ਆਪਾਂ ਕੀ ਕਰਾਂਗੇ, ਗਰਮੀ ਦੀ ਸ਼ਿੱਦਤ ਬਹੁਤ ਜ਼ਿਆਦਾ ਵਾ, ਅਤੇ ਗਰਮੀ ਤੋਂ ਬਚਣ ਵਾਸਤੇ ਇੱਕ ਗਲਾਸ 'ਚ ਪਾਣੀ ਲੈ ਲਿਆ, ਮੱਗ ਦੇ ਵਿੱਚ ਅੱਧਾ ਮੱਗ ਪਾਣੀ ਦਾ ਲਿਆ ਵਾ, ਕਿਉਂਕਿ ਆਪਾਂ ਇਹਦੇ ਵਿੱਚ ਬਰਫ਼ ਵਗੈਰਾ ਵੀ ਸ਼ਾਮਿਲ ਕਰਨੀ ਆ। ਪਾਣੀ ਠੰਡਾ ਹੋਣਾ ਚਾਹੀਦਾ ਵਾ। ਅਤੇ ਇਹਦੇ ਵਿੱਚ 2.5 ਚਮਚ ਮੈਂ ਸ਼ੱਕਰ ਦੇ ਸ਼ਾਮਿਲ ਕੀਤੇ ਆ। ਮੇਰੇ ਕੋਲ ਮੱਗ ਜਿਹੜਾ ਵਾ ਉਹ ਬੜਾ ਵਾ, ਤੁਹਾਡਾ ਗਲਾਸ ਛੋਟਾ ਹੋਵੇ ਤਾਂ ਤੁਸੀਂ ਉਸ ਹਿਸਾਬ ਨਾਲ ਸ਼ਾਮਿਲ ਕਰ ਲੈਣਾ। ਅਤੇ 1 ਚਮਚ ਭਰ ਕੇ ਮੈਂ ਇਹਦੇ ਵਿੱਚ ਜੌ ਦਾ ਪਾਊਡਰ ਜਿਹੜਾ ਵਾ ਯਾਨੀ ਕਿ ਸੱਤੂ ਉਹ ਸ਼ਾਮਿਲ ਕਰ ਦਿੱਤਾ। ਮਿਕਸ ਕਰ ਲਾਂਗੇ ਅੱਛੇ ਤਰੀਕੇ ਦੇ ਨਾਲ, ਅਤੇ ਤਕਰੀਬਨ 1/4 ਲੈਮਨ ਦਾ ਜੂਸ ਇਹਦੇ ਵਿੱਚ ਸਕਵੀਜ਼ ਕਰਾਂਗੇ, ਕਿਉਂਕਿ ਲੈਮਨ ਮੇਰੇ ਕੋਲ ਬੜਾ ਸੀਗਾ, ਇਸ ਲਈ ਬਹੁਤ ਜ਼ਿਆਦਾ ਖੱਟਾ ਨਹੀਂ ਕਰਾਂਗੀ ਇਹਨੂੰ। ਬਹੁਤ ਹੀ ਮਜ਼ੇਦਾਰ ਜਿਹਾ ਮੇਰੇ ਵਿੱਚ ਏਸੀ ਲਾਉਣ ਵਾਲਾ ਜਿਹੜਾ ਡਰਿੰਕ ਹੈ ਆਪਣਾ ਤਿਆਰ ਹੋ ਰਿਹਾ ਵਾ। ਬਹੁਤ ਹੀ ਲਾਜਵਾਬ ਡਰਿੰਕ ਆ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਇਹ ਜਾਮੇ ਸ਼ੀਨੀ ਵਗੈਰਾ ਅਤੇ ਕੋਲਡ ਡਰਿੰਕਸ ਵਗੈਰਾ ਦਾ ਇਸਤੇਮਾਲ ਨਹੀਂ ਸੀ ਕਰਦੇ, ਜ਼ਿਆਦਾਤਰ ਸੱਤੂ ਦਾ ਹੀ ਇਸਤੇਮਾਲ ਹੁੰਦਾ ਸੀ ਗਰਮੀ ਦੀ ਸ਼ਿੱਦਤ ਤੋਂ ਬਚਣ ਵਾਸਤੇ। ਜੇ ਬੱਚਿਆਂ ਦੀ ਨਕਸੀਰ ਵਗੈਰਾ ਆਉਂਦੀ ਆ ਉਹਦੇ ਵਾਸਤੇ, ਜਾਂ ਗਰਮੀ ਹੋ ਜਾਵੇ ਤੁਹਾਨੂੰ ਵੈਸੇ ਲੂ ਲੱਗ ਜਾਵੇ ਅਤੇ ਉਹਦੇ ਵਾਸਤੇ, ਗਰਮੀ ਦੇ ਹਰ ਮਸਲੇ ਵਾਸਤੇ ਇਹ ਜਿਹੜੀ ਬਹੁਤ ਹੀ ਜ਼ਬਰਦਸਤ ਅਤੇ ਪਰਫੈਕਟ ਚੀਜ਼ ਆ ਸੱਤੂ ਜਿਹੜੇ ਆ। ਅਤੇ ਬਰਫ਼ ਮੈਂ ਇਹਦੇ ਵਿੱਚ ਕੁੱਟੀ ਹੋਈ ਸ਼ਾਮਿਲ ਕਰ ਦਿੱਤੀ ਆ। ਆਪਣੇ ਤੁਸੀਂ ਪਸੰਦ ਦੇ ਮੁਤਾਬਕ ਇਹਨੂੰ ਠੰਡਾ ਕਰ ਲਓ, ਜਿੰਨਾ ਜ਼ਿਆਦਾ ਠੰਡਾ ਕਰਨਾ ਚਾਹੋ। ਜਿੰਨਾ ਠੰਡਾ ਕਰੋਗੇ ਉਨਾ ਹੀ ਜ਼ਿਆਦਾ ਮਜ਼ੇ ਦਾ ਹੋਏਗਾ। ਅਤੇ ਫਰੈਸ਼ ਸੱਤੂ ਆਪਾਂ ਘਰ ਦੇ ਵਿੱਚ ਬਣਾਇਆ, ਇਹਦੇ ਵਿੱਚ ਖੁਸ਼ਬੂ ਜਿਹੜੀ ਆ ਉਹ ਬਹੁਤ ਜ਼ਬਰਦਸਤ ਅਤੇ ਲਾਜਵਾਬ ਆਈ ਆ। ਅਤੇ ਜ਼ਬਰਦਸਤ ਜਿਹਾ ਸੱਤੂ ਦਾ ਸ਼ਰਬਤ ਵੀ ਆਪਣਾ ਤਿਆਰ ਹੋ ਗਿਆ ਵਾ। ਅਤੇ ਇੱਧਰ ਆਪਣੀ ਟਿੰਡੇ ਦੀ ਸਬਜ਼ੀ ਵੀ ਆਪਣੀ ਤਿਆਰ ਹੋ ਗਈ ਆ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜੀ ਆ। ਦੇਖੋ ਕਿੰਨੀ ਜ਼ਬਰਦਸਤ ਜੀ ਗ੍ਰੇਵੀ, ਨਾ ਗ੍ਰੇਵੀ ਆ ਅਤੇ ਨਾ ਹੀ ਇਹ ਸ਼ੋਰਬਾ ਵਾ, ਗਾੜਾ ਗਾੜਾ ਜਿਹਾ ਸ਼ੋਰਬਾ, ਬਹੁਤ ਹੀ ਮਜ਼ੇਦਾਰ ਲੱਗੇਗਾ। ਤੁਸੀਂ ਜ਼ਰੂਰ ਇਹਨੂੰ ਟਰਾਈ ਕਰਿਆ ਜੇ ਇਸੀ ਰੈਸਪੀ ਦੇ ਨਾਲ ਟਿੰਡੇ ਨੂੰ ਵੀ, ਅਤੇ ਨਾਲ ਸੱਤੂ ਜਿਹੜਾ ਘਰ ਫਰੈਸ਼ ਬਣਾਓ। ਜੇ ਤੁਹਾਡੇ ਕੋਲ ਜੌ ਨਹੀਂ ਹੈਗੇ, ਅਤੇ ਮੇਰੇ ਕੋਲ ਵੀ ਜੌ ਨਹੀਂ ਹੈਗੇ ਸੀ, ਜੌ ਦਾ ਦਲੀਆ ਪਿਆ ਸੀ, ਮੈਂ ਉਹਨੂੰ ਭੁੰਨ ਕੇ ਅਤੇ ਉਹਦਾ ਆਟਾ ਬਣਾ ਲਿਆ। ਬੇਸਿਕਲੀ ਤਾਂ ਆਪਾਂ ਉਹਦਾ ਆਟਾ ਹੀ ਬਣਾਉਣਾ ਹੁੰਦਾ, ਬੇਸ਼ੱਕ ਜੌ ਹੋਣ, ਜੌ ਦਾ ਦਲੀਆ ਹੋਵੇ, ਲੇਕਿਨ ਮਸਲਾ ਕੀ ਆ ਕਿ ਉਹਨੂੰ ਭੁੰਨਣਾ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ, ਨਾ ਕੱਚਾ ਰਵੇ ਨਾ ਜਲੇ। ਜਿੰਨਾ ਅੱਛੇ ਤਰੀਕੇ ਨਾਲ ਭੁੰਨੋਗੇ ਉਨਾ ਹੀ ਜ਼ਬਰਦਸਤ ਆ ਤੁਹਾਡਾ ਜਿਹੜਾ ਵਾ ਸੱਤੂ ਦਾ ਟੇਸਟ ਬਣੇਗਾ। ਬਹੁਤ ਹੀ ਟੇਸਟਫੁਲ ਸੱਤੂ ਦਾ ਸ਼ਰਬਤ ਅਤੇ ਟਿੰਡੇ ਆਪਣੇ ਤਿਆਰ ਆ। ਮਿਲਦੇ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।